ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਤੁਹਾਡੇ ਲਈ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹਾਂ। ਇਮੀਗ੍ਰੇਸ਼ਨ ਦੇ ਵਿੱਚ ਕੀ ਕੁਝ ਨਵਾਂ ਹੋ ਰਿਹਾ, ਇਹਦੇ ਬਾਰੇ ਅੱਜ ਗੱਲਬਾਤ ਕਰਾਂਗੇ। ਸਟੂਡੀਓ ਵਿੱਚ ਫਿਰ ਮੇਰੇ ਨਾਲ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ, ਅਤੇ ਉਹਨਾਂ ਤੋਂ ਪੁੱਛਦੇ ਹਾਂ ਕਿ ਕੀ ਨਵੀਆਂ ਅਪਡੇਟਸ ਨੇ। ਮਨੂ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ ਸਿਮਰਤ ਸਾਹਿਬ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਸਾਰੇ ਹੀ ਵਿਊਅਰਸ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਥੈਂਕ ਯੂ ਵੈਰੀ ਮਚ ਸਿਮਰਤ ਸਾਹਿਬ। ਥੈਂਕ ਯੂ ਮਨੂ ਜੀ। ਅੱਛਾ, ਆਪਾਂ ਇਹ ਸ਼ੁਰੂ ਕਰਦੇ ਹਾਂ। ਜਿਹੜਾ 8 ਜੂਨ ਨੂੰ ਡਰਾਅ ਆਇਆ, ਉਹਦੇ ਤੋਂ ਸ਼ੁਰੂ ਕਰੋ ਵੀ ਕੀ ਹੈ, ਕਿੰਨੇ ਤੇ ਗਿਆ ਇਹ ਡਰਾਅ? ਸਿਮਰਨ ਜੀ 486 ਦੇ ਕੱਟ ਆਫ ਤੇ ਇਹ ਡਰਾ ਆਊਟ ਹੋਇਆ। 4800 ਇਨਵੀਟੇਸ਼ਨਸ ਦਿੱਤੇ ਗਏ ਨੇ। ਸੋ ਅਸੀਂ ਜਿਸ ਤਰ੍ਹਾਂ ਸੋਚ ਰਹੇ ਸੀਗੇ ਕਿ ਆਕੂਪੇਸ਼ਨ ਸਪੈਸੀਫਿਕ ਡਰਾ ਸ਼ੁਰੂ ਹੋਣ ਵਾਲੇ, ਬਿਕੋਜ਼ ਰੀਸੈਂਟਲੀ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਨੇ ਸਾਰੀ ਲੇਆਊਟਸ ਦਿੱਤੀਆਂ ਕਿ 5 ਆਕੂਪੇਸ਼ਨ ਨੂੰ ਟਾਰਗੇਟ, 5 ਸਟਰੀਮਸ ਨੂੰ ਟਾਰਗੇਟ ਕੀਤਾ ਜਾਏਗਾ। ਪਹਿਲੀ ਤੇ ਹੈਲਥ ਕੇਅਰ ਹੋ ਗਈ, ਦੂਸਰੀ ਐਗਰੀਕਲਚਰ ਬੇਸਡ ਹੋ ਗਈ, ਤੀਸਰੀ IT ਬੇਸਡ ਹੋ ਗਈ, ਚੌਥੇ ਉਹ ਹੋ ਗਏ ਜਿਹੜੇ STEM ਤੇ ਮੈਥ ਦੇ ਨਾਲ, ਸਾਇੰਸ ਟੈਕਨੋਲੋਜੀ ਮੈਥਮੈਟਿਕਸ ਨਾਲ ਤੇ ਇੰਜੀਨੀਅਰਿੰਗ ਨਾਲ ਜਿਨ੍ਹਾਂ ਨਾਲ ਐਸੋਸੀਏਸ਼ਨ ਹੈਗੀ ਹੈ, ਜਾਂ ਫਿਰ ਉਹ ਜਿਨ੍ਹਾਂ ਦੀ ਐਸੋਸੀਏਸ਼ਨ ਇਸ ਟਾਈਮ ਟ੍ਰੇਡਸ ਦੇ ਨਾਲ ਆ, ਜਿਸ ਤਰ੍ਹਾਂ ਕੰਟਰੈਕਟਰ ਹੋ ਗਏ, ਪਲੰਬਰਸ ਹੋ ਗਏ, ਇਲੈਕਟ੍ਰੀਸ਼ੀਅਨਸ ਹੋ ਗਏ। ਸੋ ਆਹ 5 ਆਕੂਪੇਸ਼ਨਸ ਨੂੰ ਟਾਰਗੇਟ ਕੀਤਾ ਜਾਣਾ ਸੀਗਾ। ਸੋ ਬਟ ਆਹ ਵਾਲਾ ਜਿਹੜਾ ਡਰਾ ਸੀਗਾ 486 ਦੇ ਕੱਟ ਆਫ ਤੇ ਗਿਆ। ਸੋ ਆਹ ਜੈਨਰਿਕ ਡਰਾ ਸੀਗਾ ਜਿਹਦੇ ਵਿੱਚ CEC ਦੇ ਐਪਲੀਕੈਂਟਸ, ਵਿਦਨ ਕੈਨੇਡਾ ਐਪਲੀਕੈਂਟਸ, ਐਕਸਪ੍ਰੈਸ ਐਂਟਰੀ ਦੇ ਐਪਲੀਕੈਂਟਸ ਸਾਰੇ, ਤੇ ਟ੍ਰੇਡ ਦੇ ਐਪਲੀਕੈਂਟਸ ਟਾਰਗੇਟ ਹੋਏ ਨੇ, PNP ਵਾਲੇ ਸਾਰੇ ਟਾਰਗੇਟ ਹੋਏ ਨੇ। ਸੋ ਬੇਸਿਕਲੀ ਜਿਹੜਾ ਅਸੀਂ ਸੋਚ ਰਹੇ ਸੀਗੇ ਕੱਲ੍ਹ ਹੁਣ ਆਕੂਪੇਸ਼ਨ ਸਪੈਸੀਫਿਕ ਡਰਾ ਸ਼ੁਰੂ ਹੋ ਜਾਣਗੇ, ਉਹ ਹਲੇ ਇਸ ਡਰਾ ਦੇ ਵਿੱਚ ਨਹੀਂ ਹੋਇਆ। ਅੱਛਾ, ਦੂਸਰਾ ਆਪਾਂ ਗੱਲ ਕਰਦੇ ਹਾਂ ਕਿ ਕਾਫੀ ਚਰਚਾ ਦੇ ਵਿੱਚ ਨੇ ਸਟੂਡੈਂਟ ਅੱਜ ਕੱਲ੍ਹ, ਅਤੇ ਖਾਸ ਕਰਕੇ ਉਹ ਸਟੂਡੈਂਟ ਜਿਹੜੇ ਕਿ +2 ਕਰਕੇ ਉੱਥੋਂ ਆਏ ਹੋਏ ਨੇ। ਅਤੇ ਬਹੁਤੀ ਵਾਰੀ ਇਹ ਹੁੰਦਾ ਵੀ ਜਿਹੜੇ +2 ਕਰਕੇ ਆਉਂਦੇ ਨੇ ਅਤੇ ਉਹਨਾਂ ਲਈ ਕੋਈ ਬਹੁਤੀਆਂ ਆਪਸ਼ਨਸ ਨਹੀਂ ਹੁੰਦੀਆਂ। ਅਤੇ ਉਹਦੇ ਬਾਰੇ ਦੱਸੋ ਵੀ ਜਿਹੜੇ +2 ਕਰਕੇ ਆਏ ਨੇ ਉਹਨਾਂ ਦੇ ਲਈ ਇੱਥੇ ਕੀ ਆਪਸ਼ਨਸ ਨੇ ਉਹ ਸਟੂਡੈਂਟਸ ਲਈ? ਸਿਮਰਤ ਜੀ, ਹੁਣ ਦੇਖੋ ਜਿਹੜਾ ਬੱਚਾ ਗ੍ਰੇਡ 12 ਕਰਕੇ ਆਇਆ, ਹਾਂਜੀ, ਜੇ ਉਸ ਬੱਚੇ ਨੇ ਇੱਥੇ ਆ ਕੇ 2 ਸਾਲ ਪੜ੍ਹਾਈ ਕਰ ਲਈ, ਉਸ ਤੋਂ ਬਾਅਦ 1 ਸਾਲ ਦੀ ਸੁਪਰਵਾਈਜ਼ਰ ਜਾਂ ਟੈਕਨੀਕਲ ਜੌਬ ਵੀ ਉਸ ਬੱਚੇ ਨੂੰ ਮਿਲ ਗਈ, ਤੇ 1 ਸਾਲ ਦੇ ਬਾਅਦ 8777 ਜੇ ਉਹ ਲੈਂਦੇ ਨੇ, 8 ਇਨ ਲਿਸਨਿੰਗ, 7 ਇਨ ਰੀਡਿੰਗ, ਰਾਈਟਿੰਗ ਐਂਡ ਸਪੀਕਿੰਗ, ਤਾਂ ਉਸ ਬੱਚੇ ਦੇ ਪੁਆਇੰਟਸ ਬਣਨਗੇ 425। ਅੱਛਾ ਜੀ। ਡਰਾ ਕਿੱਥੇ ਚੱਲ ਰਿਹਾ ਹੈ? 486 ਤੇ। 425 ਤੇ 86 ਦੇ ਵਿੱਚ, 486 ਦੇ ਵਿੱਚ ਕਾਫੀ ਫਰਕ ਹੈਗਾ ਆ। ਸੋ ਹੁਣ ਜੇ ਉਹ ਬੱਚੇ ਦੇ ਗਲਤੀ ਨਾਲ 8777 ਲੈਣਾ ਆਸਾਨ ਨਹੀਂ ਹੈਗਾ। ਜੇ ਉਹ 8777 ਨਹੀਂ ਆਉਂਦੇ, ਉਸ ਬੱਚੇ ਦੇ 6 ਬੈਂਡਸ ਜਾਂ 6.5 ਬੈਂਡ, ਉਹਦਾ ਸਕੋਰ ਆ ਜਾਣਾ 367 ਤੋਂ 387 ਦੇ ਵਿੱਚ। ਸੋ 367, 387 ਦੇ ਨਾਲ 486 ਨਾਲ ਕਿੱਦਾਂ ਕੰਪੀਟ ਕਰੋਗੇ? ਸੋ ਇਹੋ ਜਿਹੇ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਜਿਹੜੇ ਇਸ ਟਾਈਮ ਤੇ ਓਨਟਾਰੀਓ ਦੇ ਵਿੱਚ ਬੈਠੇ ਹੋਏ ਨੇ ਜਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬੈਠੇ ਹੋਏ ਨੇ ਤੇ ਐਕਸਪ੍ਰੈਸ ਐਂਟਰੀ ਦੀ ਵੇਟ ਕਰ ਰਹੇ ਨੇ, ਤੇ ਉਹ ਸਾਰੇ ਬੱਚਿਆਂ ਨੂੰ ਮੈਂ ਕਹੂੰਗਾ ਪਲੀਜ਼, ਤੁਹਾਡੇ ਮਾਪਿਓ ਨੇ ਬੜੇ ਔਖੇ ਹੋ ਕੇ ਕਈ ਸਰਫੇ ਕਰਕੇ ਤੁਹਾਨੂੰ ਇੱਥੇ ਭੇਜਿਆ, ਤੁਸੀਂ ਵੀ ਮਿਹਨਤਾਂ ਕੀਤੀਆਂ। ਸੋ ਆਹ ਥੋੜ੍ਹਾ ਜਿਹਾ ਕੰਫਰਟ ਲੈਵਲ ਹੋਰ ਛੱਡ ਦਿਓ ਕਿ ਮੈਂ ਦੋਸਤਾਂ ਮਿੱਤਰਾਂ ਦੇ ਨਾਲ ਰਹਿਣਾ ਹੈਗਾ, GTA ਦੇ ਵਿੱਚ ਹੀ ਰਹਿਣਾ ਹੈ, ਗ੍ਰੇਟਰ ਵੈਂਕੂਵਰ ਦੇ ਏਰੀਆ ਦੇ ਵਿੱਚ ਹੀ ਰਹਿਣਾ ਹੈਗਾ, ਜਾਂ ਰਿਸ਼ਤੇਦਾਰ ਦੇ ਸਾਹਮਣੇ ਰਹਿਣਾ ਹੈਗਾ। ਆਪਣੀ ਇਮੀਗ੍ਰੇਸ਼ਨ ਤੁਹਾਡੀ ਪਹਿਲੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਉਹਦੇ ਵਾਸਤੇ ਜੇ ਤੁਹਾਨੂੰ ਮੂਵ ਹੋਣਾ ਪੈਂਦਾ, ਜੇ ਤੁਸੀਂ ਓਨਟਾਰੀਓ ਦੇ ਵਿੱਚ ਵੀ ਰਹਿਣਾ ਚਾਹੁੰਦੇ, ਐਬਸੋਲੂਟਲੀ ਓਨਟਾਰੀਓ ਦੇ ਵਿੱਚ ਰਹੋ, ਬਟ ਉਹਨਾਂ ਸਿਟੀਜ਼ ਦੇ ਵਿੱਚ ਚੱਲ ਜਾਓ ਜਿੱਥੇ RNIP ਜਾਂ ਮਿਊਨਿਸਪਲ ਪ੍ਰੋਗਰਾਮਸ ਚੱਲ ਰਹੇ ਨੇ, ਉੱਥੇ ਇੰਪਲੋਇਰ ਨਾਲ ਕੰਮ ਕਰੋ। ਸੂਸੇ ਮੈਰੀ ਚੱਲ ਜਾਓ, ਸਡਬਰੀ ਚੱਲ ਜਾਓ, ਥੰਡਰ ਬੇ, ਨਾਰਥ ਬੇ ਚੱਲ ਜਾਓ, ਇਹੋ ਜਿਹੇ ਪ੍ਰੋਵਿੰਸ, ਇੱਥੋਂ ਇਹੋ ਜਿਹੇ ਸਿਟੀ ਦੇ ਵਿੱਚ ਚੱਲ ਜਾਓ ਜਿਹੜੇ ਇਹੋ ਜਿਹੇ ਪ੍ਰੋਗਰਾਮਸ ਹੋਣ ਜੇ ਤੁਸੀਂ ਓਨਟਾਰੀਓ ਨਹੀਂ ਛੱਡਣਾ ਚਾਹੁੰਦੇ। ਬਾਕੀ ਜੇ ਓਨਟਾਰੀਓ ਛੱਡੋਗੇ, ਤੁਹਾਡੇ ਵਾਸਤੇ ਓਪਰਚੁਨਿਟੀਜ਼ ਦੈਨ ਆਪਸ਼ਨਸ ਹੋਰ ਖੁੱਲ੍ਹ ਜਾਣਗੀਆਂ। ਗੋ ਟੂ ਐਟਲਾਂਟਿਕਸ, ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ, ਪ੍ਰਿੰਸ ਐਡਵਰਡ ਆਇਲੈਂਡ, ਨਿਊ ਫਾਊਂਡਲੈਂਡ, ਜਾਂ ਫਿਰ ਸੈਸਕੈਚੁਆਨ, ਉੱਥੇ ਜਾ ਕੇ ਇੰਪਲੋਇਰ ਨਾਲ ਤਗੜੇ ਹੋ ਕੇ ਸਪੋਰਟ ਦੇ ਨਾਲ ਕੰਮ ਕਰੋ, ਉਹਨਾਂ ਤੋਂ PNP ਲਓ ਤੇ ਆਪਣੀ PR ਲੈ ਕੇ ਫਿਰ ਓਪਰਚੁਨਿਟੀ ਦੇਖੋ ਕਿ ਉਸ ਪ੍ਰੋਵਿੰਸ ਦੇ ਵਿੱਚ ਕੀ ਹੈਗਾ ਤੁਹਾਡੇ ਵਾਸਤੇ। ਸੋ ਮੈਂ ਇੱਕੋ ਰਿਕਮੈਂਡ ਕਰੂੰਗਾ, ਡੂ ਨਾਟ ਸਟੇ ਇਨ ਓਨਟਾਰੀਓ। ਆਪਣੇ ਕੰਫਰਟ ਜ਼ੋਨ ਨੂੰ, ਆਪਣੇ ਖਾਸ ਕਰ ਦੋਸਤਾਂ ਮਿੱਤਰਾਂ ਨੂੰ ਛੱਡ ਕੇ ਬਾਹਰ, ਐਂਡ ਖਾਸ ਜੇ ਖਾਸ ਹੀ ਦੋਸਤ ਮਿੱਤਰ ਹੈਗੇ ਨੇ, ਉਹਨਾਂ ਨੂੰ ਕਹੋ ਭਾਈ ਮੇਰੇ ਨਾਲ ਚੱਲ, ਤੂੰ ਵੀ ਆਪਣੀ PR ਕਰਵਾ। ਕਿਤੇ ਇਸ ਤਰ੍ਹਾਂ ਨਾ ਹੋਵੇ ਤੁਹਾਡੇ ਦੋਸਤ ਮਿੱਤਰ ਦੀ ਜਾਂ ਤੁਹਾਡੇ ਰਿਸ਼ਤੇਦਾਰ ਦੀ PR ਹੈਗੀ ਹੈ ਤੇ ਤੁਸੀਂ ਉਹਨਾਂ ਦੇ ਚੱਕਰ ਦੇ ਵਿੱਚ ਇੱਥੇ ਬੈਠੇ ਰਹੋ ਤੇ ਕੱਲ ਨੂੰ ਤੁਹਾਡੀ PR ਫਸ ਜਾਵੇ। ਅੱਜ ਸਿਮਰਤ ਜੀ 18 ਮਹੀਨਿਆਂ ਦੀ ਐਕਸਟੈਂਸ਼ਨ ਆ ਗਈਆਂ, ਜਿਨ੍ਹਾਂ ਨੇ 2022 ਦੇ ਵਿੱਚ ਜਿਨ੍ਹਾਂ ਦਾ ਐਕਸਪਾਇਰ ਹੋਇਆ ਸੀਗਾ ਪੋਸਟ ਗ੍ਰੈਡ ਵਰਕ ਪਰਮਿਟ, ਜਾਂ 23 ਦੇ ਵਿੱਚ ਹੋਣ ਜਾ ਰਿਹਾ। ਸੋ ਆਹ 18 ਮਹੀਨੇ ਦੁਬਾਰਾ ਨਹੀਂ ਮਿਲਣੇ ਤੁਹਾਨੂੰ। ਇਹ ਓਪਰਚੁਨਿਟੀ ਗੋਡ ਸੈਂਟ ਓਪਰਚੁਨਿਟੀ ਹੈਗੀ ਹੈ, ਇਹਨੂੰ ਨਾ ਮਿਸ ਕਰਿਆ ਜੇ। ਸੋ ਪਲਾਨ ਇਟ ਨਾਓ ਤਾਂ ਕਿ ਤੁਹਾਡੀ ਕੋਈ ਵੀ ਓਪਰਚੁਨਿਟੀ ਇਹੋ ਜਿਹੀ ਮਿਸ ਨਾ ਹੋ। ਅੱਛਾ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਓਨਟਾਰੀਓ ਦੇ ਵਿੱਚ ਇੰਨੀ, ਮਤਲਬ ਕਹਿੰਦਾ ਤੁਹਾਡਾ ਵੀ ਜੇ ਓਨਟਾਰੀਓ ਹੋਇਆ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਸੂਬੇ ਨੇ, ਉੱਥੇ ਵੀ ਇਹਨਾਂ ਜਿਹੜੇ ਗ੍ਰੇਡ 12 ਕਰਕੇ ਸਟੂਡੈਂਟ ਲਈ ਘੱਟ ਆਪਸ਼ਨਸ ਨੇ ਜਾਂ ਬਿਲਕੁਲ ਹੀ ਹੈ ਨਹੀਂ ਗੇ ਆਪਸ਼ਨਸ?
ਓਨਟਾਰੀਓ ਦੇ ਵਿੱਚ ਸਿਮਰਤ ਜੀ 386 ਜਾਂ 367 ਦੇ ਨਾਲ ਤੁਹਾਡੇ ਕੋਲ ਜੇ ਪੀਐਨਪੀ ਹੈਗਾ ਆ, ਸਕੋਰ ਵੀ ਨਹੀਂ ਬਣਨਾ ਪੂਰਾ, ਤੁਹਾਡਾ ਸਕੋਰ ਨਹੀਂ ਇੱਥੇ ਬਣਨਾ, ਉੱਥੇ ਤੁਸੀਂ ਸਕੋਰ ਦੇ ਵਿੱਚ ਸਿਸਟਮ ਚੋਂ ਹੀ ਬਾਹਰ ਹੋ ਜਾਣਾ ਆ, ਬਿਕੋਜ਼ ਉੱਥੇ ਤੁਸੀਂ ਜਾਂ ਤੇ ਆਰਐਨਏਪੀ ਦੇ ਵਿੱਚ ਓਨਟਾਰੀਓ ਦੇ ਵਿੱਚ ਆਰਐਨਏਪੀ ਦਾ ਫਾਇਦਾ ਲੈਂਦੇ ਹੋ, ਰੂਰਲ ਸਟਰੀਮਸ ਬਹੁਤ ਸਾਰੀਆਂ ਚੱਲ ਰਹੀਆਂ ਉਹਨਾਂ ਦਾ ਫਾਇਦਾ ਲਓ, ਐਲਬਰਟਾ ਦੀਆਂ ਵਿੱਚ ਰੂਰਲ ਸਟਰੀਮਸ ਹੈਗੀਆਂ ਉਹਨਾਂ ਦਾ ਫਾਇਦਾ ਲਓ, ਨੋਵਾ ਸਕੋਸ਼ੀਆ, ਨਿਊ ਬ੍ਰਾਂਜ਼ਵਿਕ, ਸਾਸਕੈਚੁਅਨ 'ਚ ਜਾ ਕੇ ਤੁਸੀਂ ਆ ਪੁਆਇੰਟ ਸਿਸਟਮ ਚੋਂ ਬਾਹਰ ਹੋ ਜਾਣਾ ਹੈ, ਤੁਹਾਡੇ ਆਈਲੈਟ ਦੇ ਸਕੋਰ ਜੋ ਮਰਜ਼ੀ ਹੋਵੇ ਤੁਸੀਂ ਪੀਆਰ ਵਾਸਤੇ ਕੁਆਲੀਫਾਈ ਕਰ ਜਾਣਾ, ਪ੍ਰੋਵਾਈਡਡ ਤੁਹਾਡਾ EMPLOYER ਤੁਹਾਨੂੰ ਸਪੋਰਟ ਕਰ ਰਿਹਾ। ਐਂਡ ਮੈਂ ਹਰ ਬੱਚੇ ਨੂੰ ਹਮੇਸ਼ਾ ਕਹਿਣਾ ਆ, ਜਿੱਥੇ ਵੀ ਤੁਸੀਂ ਜਿਹੜੇ EMPLOYER ਨਾਲ ਕੰਮ ਕਰ ਰਹੇ ਹੋ ਪੂਰਾ ਡਟ ਕੇ ਆਪਣੇ EMPLOYER ਨਾਲ ਕੰਮ ਕਰੋ, ਐਂਡ ਯੂ ਸ਼ੁੱਡ ਬੀ ਸਟੈਂਡਿੰਗ ਵਿਦ ਹਿਮ। ਜੇ ਉਹਨਾਂ ਨੂੰ ਲੇਟ ਸ਼ਿਫਟ ਵਾਸਤੇ ਕੋਈ ਮੈਨੇਜਰ ਚਾਹੀਦਾ, ਸੁਪਰਵਾਈਜ਼ਰ ਚਾਹੀਦਾ ਜਾਂ ਕਲਰਕ ਚਾਹੀਦਾ ਜਾਂ ਫੂਡ ਸਰਵਿਸ ਕੰਸਲਟੈਂਟ ਚਾਹੀਦਾ ਹੈ ਜਾਂ ਈਵਨ ਸਰਵਰ ਹੀ ਚਾਹੀਦਾ ਹੈ, ਉਹਦੇ ਨਾਲ ਉਹਦੇ ਟਰਮਸ ਦੇ ਉੱਤੇ ਕੰਮ ਕਰੋ। ਕਹਿੰਦੇ ਆ ਵਾਟ ਗੋਜ਼ ਅਰਾਊਂਡ ਕਮਸ ਅਰਾਊਂਡ, ਜਿਸ ਤਰ੍ਹਾਂ ਦੀ ਤੁਸੀਂ ਮਿਹਨਤ ਕਰੋਗੇ, ਜਿਸ ਤਰ੍ਹਾਂ ਦਾ ਤੁਸੀਂ ਰੈਸੀਪ੍ਰੋਕੇਟ ਕਰੋਗੇ, ਉਹ ਵੀ ਅਗਰ ਵੀ ਉਸੇ ਤਰ੍ਹਾਂ ਹੀ ਰੈਸੀਪ੍ਰੋਕੇਟ ਤੁਹਾਡੀ ਚੀਜ਼ ਨੂੰ ਕਰੇਗਾ। ਸੋ ਹੀ ਵਿਲ ਗੋ ਆਲ ਆਊਟ ਟੂ ਹੈਲਪ ਯੂ। ਬਿਲਕੁਲ। ਅੱਛਾ ਮਨੂ ਜੀ, ਇੱਕ ਕਾਫੀ ਇਹ ਵੀ ਸਵਾਲ ਆਉਂਦਾ ਜਿਹੜਾ ਸਪਾਊਜ਼ਲ, ਜਿੱਦਾਂ ਹੁਣ ਸਪਾਊਜ਼ ਕਿਸੇ ਦੇ ਆਉਂਦੇ ਆ ਤੇ ਖਾਸ ਕਰਕੇ ਜਿਹੜੇ ਵਿਆਹ ਕਰਾ ਕੇ ਆਉਂਦੇ ਨੇ, ਸੋ ਉਹਦੇ ਵਿੱਚ ਤੁਸੀਂ ਦੱਸ ਰਹੇ ਸੀ ਵੀ ਉਹਦੇ ਵਿੱਚ ਇੱਕ ਨਵੀਂ ਅਪਡੇਟ ਆਈ ਹੈ ਵੀ ਜਿਹੜਾ ਹੁਣ ਸਪਾਊਜ਼ਲ ਵਰਕ ਪਰਮਿਟ ਹੈ ਉਹਦੇ ਬਾਰੇ ਵੀ ਦਰਸ਼ਕਾਂ ਨੂੰ ਜ਼ਰੂਰ ਦੱਸੋ। ਬਿਲਕੁਲ ਸਿਮਰਤ ਜੀ, ਹੁੰਦਾ ਕੀ ਸੀਗਾ ਪਹਿਲੇ ਸਪਾਊਜ਼ਲ ਐਪਲੀਕੇਸ਼ਨ, ਇਸ ਟਾਈਮ ਤੇ ਪਹਿਲੀ ਗੱਲ ਕਰੀਏ ਕਿ ਇਸ ਟਾਈਮ ਤੇ ਵਰਕਰਸ ਦੀ ਕੈਨੇਡਾ ਦੇ ਵਿੱਚ ਅੱਜ ਵੀ ਵੱਡੀ ਸ਼ਾਰਟੇਜਸ ਹੈਗੀਆਂ। ਕੁਛ ਇੱਕ ਇੰਡਸਟਰੀ ਸਲੋ ਹੋ ਰਹੀਆਂ, ਜਿਸ ਤਰ੍ਹਾਂ ਟਰੱਕਿੰਗ ਇੰਡਸਟਰੀ, ਲੌਜਿਸਟਿਕ ਇਸ ਟਾਈਮ ਥੋੜੀ ਜਿਹੀ ਸਲੋ ਹੋ ਗਈ ਹੈ, ਜਿਹਦੇ ਕਰਕੇ ਜੌਬਸ ਥੋੜੀਆਂ ਜਿਹੀਆਂ ਟਰੱਕਿੰਗ ਸੈਕਟਰ ਦੇ ਵਿੱਚ, ਲੌਜਿਸਟਿਕਸ ਦੇ ਵਿੱਚ ਘਟ ਗਈਆਂ ਹੈਗੀਆਂ। ਸੋ ਜਿੰਨੇ EMPLOYERS ਉੱਥੇ ਸੀਗੇ ਉਹ ਇਸ ਟਾਈਮ ਤੇ ਉਸ ਤਰ੍ਹਾਂ ਦੀਆਂ ਓਪਨਿੰਗਸ ਉਹਨਾਂ ਵਾਸਤੇ ਨਹੀਂ ਨਜ਼ਰ ਆ ਰਹੀਆਂ, ਕਿਉਂਕਿ ਕੰਮ ਹੀ ਕੱਟਿਆ ਹੋਏਗਾ ਤੇ EMPLOYER ਨੇ ਵੀ ਹਾਇਰ ਕਰਕੇ ਕਰਨਾ ਕੀ ਹੈਗਾ। ਹੁਣ ਬਾਕੀ ਜਿਹੜੇ ਸੈਕਟਰ ਹੋ ਗਏ, ਫਾਰਮਿੰਗ ਸੈਕਟਰ ਹੋ ਗਿਆ, ਐਗਰੀਕਲਚਰ ਦੇ ਬਾਕੀ ਫੂਡ ਪ੍ਰੋਸੈਸਿੰਗ ਦੇ ਸੈਕਟਰਸ ਹੋ ਗਏ, ਬੁਚਰਸ ਹੋ ਗਏ, ਰੈਸਟੋਰੈਂਟ ਹਸਪਿਟੈਲਿਟੀ ਦੇ ਵਰਕਰਸ ਹੋ ਗਏ, ਹੋਟਲ ਵਰਕਰਸ ਹੋ ਗਏ, ਹੈਲਥ ਕੇਅਰ ਦੇ ਵਿੱਚ ਹਾਲੇ ਵੀ ਬੇਤਹਾਸ਼ਾ ਓਪਨਿੰਗਸ ਮੌਜੂਦ ਹੈਗੀਆਂ, ਟ੍ਰੇਡ ਦੇ ਵਿੱਚ ਬੇਤਹਾਸ਼ਾ ਓਪਨਿੰਗਸ ਮੌਜੂਦ ਹੈਗੀਆਂ। ਸੋ ਜਿੰਨੇ ਵੀ ਦੋਸਤ ਸਾਡੇ ਸੁਣ ਰਹੇ ਨੇ, ਸੋਚੋ ਕਿ ਇਹਨਾਂ ਫੀਲਡਸ ਦੇ ਵਿੱਚ ਤੁਸੀਂ ਕੁਆਲੀਫਾਈ ਹੋ ਸਕਦੇ ਹੋ, ਤੁਹਾਡੀ ਓਪਰਚੁਨਿਟੀ ਬਣ ਸਕਦੀ ਹੈ। ਸੋ ਉਹਦੇ ਵਾਸਤੇ ਸੋਚਣਾ ਚਾਹੀਦਾ ਹੈਗਾ ਸਿਮਰਤ ਜੀ। ਠੀਕ ਹੈ, ਜਿਹੜੇ ਤੁਸੀਂ ਕਹਿ ਰਹੇ ਹੋ ਜਿਹੜਾ ਸਪਾਊਜ਼ਲ ਵਰਕ ਪਰਮਿਟ ਇਹਦੇ ਵਿੱਚ ਕੀ ਆ ਵੀ ਓਕੇ, ਹੁਣ ਸਪਾਊਜ਼ਲ ਦੇ ਵਿੱਚ ਕੀ ਹੋਇਆ ਸਿਮਰਤ ਜੀ, ਓਪਨਿੰਗਸ ਬਹੁਤ ਸਾਰੀਆਂ ਹੈਗੀਆਂ, ਰਾਈਟ। ਹੁਣ ਓਪਨਿੰਗਸ ਵਾਸਤੇ ਸਾਨੂੰ ਵਰਕਰਸ ਚਾਹੀਦੇ ਨੇ। ਸੋ ਇੰਟਰਨੈਸ਼ਨਲ ਜਿਹੜੇ ਸਪਾਊਜ਼ਸ ਹੈਗੇ ਨੇ, ਪਹਿਲੇ ਹੁੰਦਾ ਸੀਗਾ ਕਿ ਵਿਦ ਇਨ ਕੈਨੇਡਾ ਜਿਨ੍ਹਾਂ ਨੇ ਸਪਾਂਸਰਸ਼ਿਪ ਕੀਤੀ ਉਹਨਾਂ ਦੇ ਸਪਾਊਜ਼ਸ ਨੂੰ ਵਰਕ ਪਰਮਿਟ ਮਿਲ ਜਾਂਦਾ ਸੀਗਾ, ਓਪਨ ਵਰਕ ਪਰਮਿਟ। ਹੁਣ ਬਾਹਰ ਦੇ ਐਪਲੀਕੈਂਟਸ ਵੀ, ਜੇ ਆਪਾਂ ਇੰਡੀਆ ਤੋਂ, ਪਾਕਿਸਤਾਨ ਤੋਂ, ਮਿਡਲ ਈਸਟ ਤੋਂ ਵੀ ਆਪਣਾ ਸਪਾਊਜ਼ ਸਪਾਂਸਰ ਹੋ ਰਿਹਾ ਤੇ ਉੱਥੇ ਉਹਨਾਂ ਦਾ ਡਿਪੈਂਡੈਂਟ ਵਰਕ ਪਰਮਿਟ ਅਸੀਂ ਅਪਲਾਈ ਕਰ ਸਕਦੇ ਹਾਂ। ਉਹ ਇਹ ਓਪਰਚੁਨਿਟੀ ਹੁਣ ਦਿੱਤੀ ਗਈ ਹੈ ਜਿਹੜੀ ਪਹਿਲੇ ਕਦੀ ਓਪਰਚੁਨਿਟੀ ਨਹੀਂ ਦਿੱਤੀ ਗਈ ਸੀ। ਸੋ ਜਿੰਨੇ ਵੀ ਸਪਾਊਜ਼ਲ ਐਪਲੀਕੇਸ਼ਨ ਲਗਾਣੀ ਹੈਗੀ ਹੈ, ਸੋ ਅੱਜ ਦੀ ਤਰੀਕ ਦੇ ਵਿੱਚ ਤੁਹਾਡੇ ਕੋਲ ਦੋ ਓਪਰਚੁਨਿਟੀਜ਼ ਹੈਗੀਆਂ। ਪਹਿਲੇ ਤੇ ਫਾਈਲ ਦੇ ਨਾਲ ਹੀ ਤੁਸੀਂ ਆਪਣੇ ਸਪਾਊਜ਼ ਦਾ ਵਿਜ਼ਿਟ ਵੀਜ਼ਾ ਲਗਾ ਸਕਦੇ ਹੋ ਤੇ ਨਾਲ ਦੀ ਨਾਲ ਵਰਕ ਪਰਮਿਟ ਦੀ ਵੀ ਆਪਸ਼ਨ ਦਾ ਤੁਸੀਂ ਫਾਇਦਾ ਲੈ ਸਕਦੇ ਹੈਗੇ। ਬਿਲਕੁਲ ਜੀ, ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਗੁਰੂ। ਮੇਰੇ ਨਾਲ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ। ਉਹਨਾਂ ਦੇ ਨਾਲ ਗੱਲ ਕਰ ਰਹੇ ਹਾਂ ਕਿ ਇਮੀਗ੍ਰੇਸ਼ਨ ਦੇ ਵਿੱਚ ਕੀ ਨਵੀਆਂ ਅਪਡੇਟਸ ਨੇ। ਅੱਛਾ ਮਨੂ ਜੀ, ਹੋਰ ਕੁਝ ਐਡ ਕਰਨਾ ਚਾਹੋ ਜਿਹੜਾ ਕੋਈ? ਸਿਮਰਤ ਜੀ, ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਇੰਟਰਨੈਸ਼ਨਲ ਸਟੂਡੈਂਟਸ ਦਾ ਇੱਕ ਬਣਿਆ ਹੋਇਆ ਹੈ। ਤੁਸੀਂ ਦੇਖ ਰਹੇ ਹੋ ਕਿ ਇੱਥੇ ਕਾਫੀ ਜਿਹੜੇ ਸਟੂਡੈਂਟ ਬੈਠੇ ਨੇ ਜੇ, ਕਾਫੀ ਸਟੂਡੈਂਟਸ ਬੈਠੇ ਹੈਗੇ ਨੇ। ਐਂਡ ਬੇਸਿਕਲੀ ਇਹ ਮੁੱਦਾ ਕੀ ਹੈਗਾ ਕਿ ਫੇਕ ਲੈਟਰਸ ਜਿਹੜੀਆਂ ਦਿੱਤੀਆਂ ਗਈਆਂ ਸੀਗੀਆਂ ਉਸ ਏਜੰਟ ਵੱਲੋਂ, ਕੰਸਲਟੈਂਟ ਨਹੀਂ ਸੀਗਾ ਬਿਕੋਜ਼ ਉਹ ਏਜੰਟ ਸੀਗਾ। ਮੈਂ ਹਮੇਸ਼ਾ ਕਹਿੰਦਾ ਪਹਿਲੇ ਤੇ ਜਦੋਂ ਵੀ ਡੀਲ ਕਰੋ ਇਮੀਗ੍ਰੇਸ਼ਨ ਵਾਸਤੇ, ਜਿਹੜੇ CCIC ਦੇ ਮੈਂਬਰਸ ਹੈਗੇ ਨੇ ਜਾਂ IRCC ਦੇ ਮੈਂਬਰਸ ਹੈਗੇ ਨੇ ਜਾਂ ਲਾਅ ਸੋਸਾਇਟੀ ਆਫ ਅਪਰ ਕੈਨੇਡਾ ਦੇ ਮੈਂਬਰਸ ਹੈ, ਉਹਨਾਂ ਨਾਲ ਡੀਲ ਕਰੋ ਬਿਕੋਜ਼ ਉਹਨਾਂ ਦੀ ਗਵਰਨਿੰਗ ਬਾਡੀ ਹੈ ਜਿਹੜੀ ਤੁਹਾਨੂੰ ਗਾਈਡ ਕਰਦੀ ਹੈ ਕਿ ਉਹ ਤੁਹਾਨੂੰ ਸਹੀ ਸਲਾਹ ਦੇਣਗੇ। ਜਦੋਂ ਤੁਸੀਂ ਇਹੋ ਜਿਹੇ ਘੋਸਟ ਕੰਸਲਟੈਂਟ ਦੇ ਕੋਲ ਚੱਲ ਜਾਂਦੇ ਹੋ ਜਿਹਦਾ ਕੋਈ ਵਲੀ ਵਾਰਸ ਨਹੀਂ, ਕੋਈ ਬਾਡੀ ਨਹੀਂ ਹੈਗੀ, ਤੇ ਉਹਨਾਂ ਨੇ ਇਹੋ ਜਿਹੀ ਝੂਠੀਆਂ ਹਰਕਤਾਂ ਹੀ ਕਰਨੀਆਂ, ਗਲਤ ਹਰਕਤਾਂ ਹੀ ਕਰਨੀਆਂ। ਸੋ ਉਹੋ ਜਿਹੀ ਕਿਹਾ ਜਾ ਰਿਹਾ ਕਿ ਆ ਬੱਚੇ 700 ਬੱਚੇ ਹੈਗੇ ਨੇ, ਹਲੇ ਇਹ ਵੀ ਨਹੀਂ ਪਤਾ ਕਿ 700 ਐਕਚੁਅਲੀ ਹੈਗੇ ਨੇ, ਉਸ ਤੋਂ ਘੱਟ ਹੈਗੇ ਨੇ, 10 ਹੈਗੇ ਜਾਂ ਉਸ ਤੋਂ ਬਹੁਤ ਜ਼ਿਆਦਾ ਹੈਗੇ ਨੇ। ਸੋ ਹਲੇ ਓਪਰਚੁਨਿਟੀਜ਼ ਪਤਾ ਚੱਲਣਗੀਆਂ। ਬਟ ਤੁਸੀਂ ਦੇਖੋ, ਜਦ ਤੱਕ ਤੇ ਉਹ ਬੱਚੇ ਇਕੱਲੇ ਬੈਠੇ ਹੋਏ ਸੀ ਤਾਂ ਤੱਕ ਕੋਈ ਅਪਡੇਟ ਉੱਥੇ ਨਹੀਂ ਸੀਗੀ। ਜਦੋਂ ਮਿਸਟਰ ਜੈ ਸ਼ੰਕਰ ਜਿਹੜੇ ਇੰਡੀਆ ਦੇ ਫੋਰਨ ਅਫੇਅਰਸ ਦੇ ਮਿਨਿਸਟਰ ਹੈਗੇ ਨੇ, ਜਦੋਂ ਉਹਨਾਂ ਨੇ ਕੈਮਰਨ ਮਕੇ ਜਿਹੜੇ ਹਾਈ ਕਮਿਸ਼ਨਰ ਆਫ ਕੈਨੇਡਾ ਟੂ ਇੰਡੀਆ ਹੈਗੇ ਨੇ, ਨਿਊ ਦਿੱਲੀ ਬੇਸਡ ਹੈਗੇ ਨੇ, ਜਦੋਂ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਭਾਈ ਇਹ ਗਲਤ ਹੋ ਰਿਹਾ, ਉਸ ਤੋਂ ਬਾਅਦ ਸਟੇ ਵਗੈਰਾ ਦੀ ਗੱਲ ਆਈ ਹੈ ਸਾਹਮਣੇ।
ਉਸ ਤੋਂ ਪਹਿਲਾਂ ਤਾਂ देयर वाज नथिंग ऑफ दैट। ਸੋ ਬੇਸਿਕਲੀ ਮੈਂ ਹਮੇਸ਼ਾ ਕਹਿੰਦਾ ਕਿ ਜਿਹੜੀ ਇੰਡੀਆ ਕੰਟਰੀ ਹੈਗੀ ਹੈ ਨਾ ਉਹ ਬੜੀ ਪਾਵਰਫੁਲ ਕੰਟਰੀ ਹੈਗੀ ਹੈ ਐਂਡ ਜਿਹੜੇ ਸਾਡੇ ਫੋਰਨ ਅਫੇਅਰਸ ਮਿਨਿਸਟਰ ਹੈਗੇ ਨੇ ਨਾ ਉਹ ਬਿਊਰੋਕਰੇਟ ਸੀਗੇ ਪਹਿਲਾਂ ਐਂਡ ਹੀ ਨੋਜ਼ ਹਾਊ ਸਿਸਟਮ ਵਰਕਸ ਐਂਡ ਉਹਨਾਂ ਨੇ ਜਿਸ ਤਰ੍ਹਾਂ ਡੇਵ ਕੈਮਰਨ ਮਕੇਸ ਸਾਹਿਬ ਨੂੰ ਕਿਹਾ ਹੈਗਾ ਉਸਨੇ ਕਾਫੀ ਸਾਰੀਆਂ ਚੀਜ਼ਾਂ ਚੇਂਜ ਕੀਤੀਆਂ ਹੈਗੀਆਂ ਜਦ ਕਿ ਇੱਥੇ ਲੋਕਲ ਕਾਉਂਸਲਰਸ ਲੋਕਲ MPPs ਜਦ ਕਿ ਲੋਕਲ ਲੀਡਰਸ ਆ ਕੇ ਉੱਥੇ ਬੱਚਿਆਂ ਨੂੰ ਸਹਾਨੂਭੂਤੀ ਦੇ ਰਹੇ ਨੇ ਜਦ ਕਿ ਕਾਉਂਸਲਰਸ ਦਾ ਜਾਂ MPPs ਦਾ ਤਾਂ ਰੋਲ ਵੀ ਉਹਦੇ ਵਿੱਚ ਨਹੀਂ ਹੈਗਾ ਬਿਕੋਜ਼ ਇਹ ਬੇਸਿਕਲੀ ਫੈਡਰਲ ਪੋਲਿਟਿਕਸ ਨਾਲ ਰਿਲੇਟਡ ਹੈਗਾ ਸੋ ਐਬਸੋਲੂਟਲੀ ਕੁਝ ਲੋਕੀ ਜਾ ਰਹੇ ਨੇ ਵੈਸੇ ਹੀ ਬਟ ਐਕਚੁਅਲੀ ਜੋ ਕਰ ਰਿਹਾ ਉਹ देयर इज समबडी ਬਿਹਾਈਂਡ ਦਾ ਸੀਨ ਜਿੱਥੋਂ ਆ ਸਾਰੀ ਚੀਜ਼ਾਂ ਹੋ ਰਹੀਆਂ ਪਰ ਤੁਹਾਨੂੰ ਕੀ ਲੱਗਦਾ ਫਿਰ ਇਹਦੇ ਵਿੱਚ ਜਿਹੜੀ ਭਾਰਤ ਸਰਕਾਰ ਹੈ ਕਾਫੀ ਵੱਡਾ ਰੋਲ ਅਦਾ ਕਰ ਸਕਦੀ ਹੈ ਸਿਮਰਤ ਜੀ ਇਹ ਰੋਲ ਹੀ ਉਹ ਅਦਾ ਕਰ ਰਹੇ ਨੇ ਬਿਕੋਜ਼ ਅੱਜ ਜਿਹੜੇ ਬੱਚਿਆਂ ਦੀ ਸਟੇ ਹੋਈ ਹੈਗੀ ਇਹ ਉਹਨਾਂ ਦੀ ਭਾਰਤ ਸਰਕਾਰ ਦੀ ਸ਼ਾਇਦ ਦੇ ਨਾਲ ਹੀ ਉਹਨਾਂ ਦੀ ਸਟੇ ਹੋਈ ਹੈ ਬਿਕੋਜ਼ ਭਾਰਤ ਸਰਕਾਰ ਨੇ ਇਹ ਮੁੱਦਾ ਇੰਨੀ ਸਟਰੋਂਗਲੀ ਰੇਜ਼ ਕੀਤਾ ਹੈਗਾ ਜੀ ਅੱਛਾ ਤੁਹਾਨੂੰ ਕੀ ਲੱਗਦਾ ਵੀ ਕੀ ਭਵਿੱਖ ਹੈ ਵੀ ਜਿਸ ਤਰ੍ਹਾਂ ਹੁਣ ਗੱਲਾਂ ਹੋ ਰਹੀਆਂ ਵੀ ਉਹਨਾਂ ਨੂੰ ਸਟੇ ਮਿਲ ਗਈ ਆ ਜਾਂ ਜਿਵੇਂ ਕਿਹਾ ਜਾ ਰਿਹਾ ਵੀ ਉਹਨਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਇਹ ਇਸ ਤਰ੍ਹਾਂ ਦੇ ਨੇ ਕਿਉਂਕਿ ਇਹਨਾਂ ਸਟੂਡੈਂਟਸ ਨੂੰ ਪਤਾ ਨਹੀਂ ਸੀਗਾ ਇਹਨਾਂ ਨੂੰ ਜਿਹੜੀ ਜਨਰਲ ਐਮਨੈਸਟੀ ਦੇ ਦੇਣੀ ਚਾਹੀਦੀ ਹੈ ਤੁਸੀਂ ਕੀ ਸਮਝਦੇ ਹੋ ਵੀ ਕੀ ਇਹਦਾ ਹੱਲ ਹੋ ਸਕਦਾ ਸਿਮਰਨ ਜੀ ਇਹ ਟਾਈਮ ਵਿਲ ਟੈਲ ਬਿਕੋਜ਼ ਮੈਂ ਉਹਨਾਂ ਕੁਆਲੀਫਾਈਡ ਨਹੀਂ ਹੈਗਾ ਕਿ ਮੈਂ ਇਹੋ ਜਿਹੇ ਵੱਡੇ ਪੱਧਰ ਤੇ ਡਿਸੀਜਨ ਲੈ ਸਕਾਂ ਜਾਂ ਸੁਜੈਸ਼ਨ ਵੀ ਦੇ ਸਕਾਂ ਇਟ ਇਜ਼ ਬੇਸਿਕਲੀ ਦਾ ਸਟੈਂਡਿੰਗ ਕਮੇਟੀਜ਼ ਐਂਡ ਮਿਨਿਸਟਰਸ ਐਂਡ ਜਿਹੜੇ ਬਿਊਰੋਕਰੈਟਸ ਹੈ ਦੇ ਆਰ ਦਾ ਵਨਸ who will be deciding on this ਜਦ ਕਿ ਇੱਕ ਵਾਰੀ ਜਿਹਨੂੰ ਡੈਪੂਟੇਸ਼ਨ ਆਰਡਰ ਇਸ਼ੂ ਹੋ ਗਿਆ ਉਹ ਟੈਕਨੀਕਲੀ ਰੁਕਦਾ ਨਹੀਂ ਹੁੰਦਾ ਐਂਡ ਜੇ ਅੱਜ ਕੋਈ ਡਿਸੀਜਨ ਇਹਦੇ ਤੇ ਲਿੱਤਾ ਜਾਏਗਾ ਤੇ ਇਟ ਵਿਲ ਬੀ ਅ ਨਿਊ ਪ੍ਰੈਜ਼ੀਡੈਂਟਸ that will be set at that point of time ਬਿਲਕੁਲ ਅੱਛਾ ਮਨੂ ਜੀ ਜਾਣ ਤੋਂ ਪਹਿਲਾਂ ਤੁਸੀਂ ਆਪਣਾ ਕੰਟੈਕਟ ਨੰਬਰ ਜ਼ਰੂਰ ਸ਼ੇਅਰ ਕਰੋ ਜੀ ਸਮਝ ਜੀ ਇੱਕ ਜਾਣ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਸਾਡੇ ਕੋਲ ਕੁਝ ਇੱਕ ਓਪਨਿੰਗਸ ਹੈਗੀਆਂ ਜੇ ਤੁਹਾਡਾ ਪਿਛੋਕੜ ਤੁਹਾਡੀ ਬੈਕਗ੍ਰਾਉਂਡ ਤੁਹਾਡਾ ਐਕਸਪੀਰੀਅੰਸ ਟ੍ਰੇਡ ਦੇ ਨਾਲ ਤਾਲੁਕ ਹੈਗਾ ਜਿਸ ਤਰ੍ਹਾਂ ਵੈਲਡਰਸ ਵੈਲਡਿੰਗ ਦੇ ਖੇਤੇ ਨਾਲ ਤੁਸੀਂ ਜੁੜੇ ਹੋਏ ਹੋ ਤੁਸੀਂ ITI ਕੀਤੀ ਹੋਈ ਹੈ ਵੈਲਡਿੰਗ ਦੇ ਵਿੱਚ 4-5 ਸਾਲ ਦਾ ਐਕਸਪੀਰੀਅੰਸ ਹੈਗਾ ਮਸ਼ੀਨ ਆਪਰੇਟਰ ਦਾ ਮਿਲ ਰਾਈਟ ਦਾ CNC ਪ੍ਰੋਗਰਾਮਿੰਗ ਦਾ ਐਕਸਪੀਰੀਅੰਸ ਹੈਗਾ ਮੋਟਰ ਰੀਵਾਈਂਡਿੰਗ ਦਾ ਐਕਸਪੀਰੀਅੰਸ ਹੈਗਾ ਤੇ ਤੁਹਾਡੇ ਵਾਸਤੇ ਸਾਡੇ ਕੋਲ ਓਪਨਿੰਗਸ ਹੈਗੀਆਂ ਇਹਦੇ ਨਾਲ ਡੀਜ਼ਲ ਮਕੈਨਿਕਸ ਦਾ ਐਕਸਪੀਰੀਅੰਸ ਹੋਵੇ ਸਾਡੇ ਕੋਲ ਓਪਨਿੰਗਸ ਹੈਗੀਆਂ ਜੇ ਤੁਹਾਡੇ ਕੋਲ ਹੈਵੀ ਇਕੁਇਪਮੈਂਟ ਮਕੈਨਿਕ ਦਾ ਐਕਸਪੀਰੀਅੰਸ ਹੈਗਾ ਸਾਡੇ ਕੋਲ ਓਪਨਿੰਗਸ ਹੈਗੀਆਂ PNP ਅਪਰੂਵਡ EMPLOYERS ਹੈਗੇ ਨੇ ਜਿੱਥੇ ਤੁਸੀਂ ਵਿਦ ਫੈਮਿਲੀ PR ਵਾਸਤੇ ਕੁਆਲੀਫਾਈ ਕਰ ਸਕਦੇ ਹੋ ਐਂਡ ਜੌਬ ਤੇ ਤੁਸੀਂ ਜਾਓਗੇ ਐਂਡ ਬੜੀ ਹਾਈ ਪੇਇੰਗ ਜੌਬ ਹੈਗੀਆਂ $27 ਤੋਂ ਇਹ ਜੌਬ ਸ਼ੁਰੂ ਹੋ ਰਹੀਆਂ ਸੋ ਇਨਫੋਰਮੇਸ਼ਨ ਲੈਣ ਵਾਸਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਇਹਦੇ ਨਾਲ ਸਾਡੇ ਕੋਲ ਕੁਝ ਓਪਨਿੰਗਸ ਹੈਗੀਆਂ ਕੁਕਸ ਦੀਆਂ ਲਾਈਨ ਕੁਕਸ ਦੀਆਂ ਐਗਜ਼ੀਕਿਊਟਿਵ ਕੁਕਸ ਦੀਆਂ ਐਂਡ ਨਾਲ ਦੀ ਨਾਲ ਈਵਨ ਬਾਰ ਟੈਂਡਰਸ ਦੀਆਂ ਵੀ ਜਿਹੜੀ ਓਪਨਿੰਗ ਹੈਗੀ ਉਹ ਵੀ PNP ਅਪਰੂਵਡ ਹੈਗੀ ਹੈ ਸੋ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਜੇ ਤੁਹਾਡਾ ਐਕਸਪੀਰੀਅੰਸ ਹੈਗਾ ਦਿਸ ਇਜ਼ ਅ ਗੁੱਡ ਟਾਈਮ ਟੂ ਟੇਕ ਐਡਵਾਂਟੇਜ ਆਫ ਥੀਸ ਪ੍ਰੋਗਰਾਮਸ ਐਂਡ ਇਹਨਾਂ ਜੌਬਸ ਵਾਸਤੇ ਇੱਕ ਵਾਰੀ ICC ਇਮੀਗ੍ਰੇਸ਼ਨ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਹੈੱਡ ਆਫਿਸ ਸਾਡਾ ਮਿਸਿਸਾਗਾ ਦੇ ਵਿੱਚ ਹੈਗਾ ਜੀ 1137 ਡੇਰੀ ਰੋਡ ਤੇ 1137 ਡੇਰੀ ਰੋਡ ਈਸਟ ਐਂਡ ਨੰਬਰ ਇੱਕੋ ਹੀ ਹੈਗਾ 905 461 2424 905 4612424 ਈਮੇਲ ID ਹੈਗਾ info@iccimmigration.ca ਮਨੂ ਜੀ ਤੁਹਾਡਾ ਸਟੂਡੀਓ ਵਿੱਚ ਆਉਣ ਲਈ ਤੇ ਸਾਰੀ ਜਾਣਕਾਰੀ ਜਿਹੜੀ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਿਮਰਤ ਜੀ ਥੈਂਕ ਯੂ ਜੀ ਇਹ ਸੀ ਅੱਜ ਦਾ ਇਮੀਗ੍ਰੇਸ਼ਨ ਗੁਰੂ ਅਗਲੇ ਹਫਤੇ ਫਿਰ ਤੁਹਾਡੇ ਲਈ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ